बिस्मिल्लाहिर्रहमानिर्रहीम इय्याक नअबुदु व इय्याक नस्तईन अस्सलाम वालेकुम पाकिस्तानी फार्मर। उम्मीद करदा तुसी ठीक होवोगे ते मैं तुहाडा वीर मुस्तफा अलवी ਤੇ बहुत शुक्रिया कि ਤੁਸੀਂ तमाम ਜ਼ਿਮੀਂਦਾਰ ਮੇਰੇ ਚੈਨਲ ਨੂੰ ਬਹੁਤ ਦੇਖਣ ਲੱਗ ਗਏ ਹੋ ਔਰ ਤੁਸੀਂ ਪਰਸਨਲ फ़ोन ਕਰਕੇ ਵੀ ਮੇਰੀ ਵੀਡੀਓ ਦੇਖ ਕੇ ਮੈਨੂੰ ਦਾਤ ਦਿੰਦੇ ਹੋ, ਮੇਰੀ ਹੌਸਲਾ ਅਫਜ਼ਾਈ ਕਰਦੇ ਹੋ ਔਰ ਇਸੇ ਹੌਸਲਾ ਅਫਜ਼ਾਈ ਨਾਲ ਮੈਂ ਡੇਲੀ ਜਿਹੜਾ ਵਾ ਉਹ ਨਿਕਲਦਾ ਔਰ ਇੱਕ ਅੱਛੀ ਵੀਡੀਓ ਲੈ ਕੇ ਆਉਂਦਾ ਮੈਂ ਕਿ ਜਿਹੜਾ ਕਿਸਾਨਾਂ ਦਾ ਫਾਇਦਾ ਹੋਵੇ ਔਰ ਸਾਡਾ ਫਾਰਮਰ ਜਿਹੜਾ ਵਾ ਫੀ ਏਕੜ ਪੈਦਾਵਾਰੀ ਸਲਾਹੀਅਤ ਵਧਾ ਸਕੇ। ਕਿਸਾਨ ਵੀਰੋ, ਅੱਜ ਦੀ ਜਿਹੜੀ ਸਾਡੀ ਵੀਡੀਓ ਹੈਗੀ ਆ ਉਹ ਸਾਡੇ ਬਿਰਾਨੀ ਇਲਾਕਿਆਂ ਦੇ ਕਾਸ਼ਤਕਾਰਾਂ ਵਾਸਤੇ ਹੈਗੇ ਆ ਜਿਹੜੇ ਆਪਣਾ ਸਿਰਫ ਕੁਦਰਤ ਦੇ ਨਿਜ਼ਾਮ ਤੇ ਜਿਹੜਾ ਵਾ ਮੁਨਸਰ ਹੈ। ਸਾਰਾ ਬਿਰਾਨੀ ਇਲਾਕਾ ਸਾਡਾ ਪੁਠਹਾਰ ਦਾ ਇਲਾਕਾ, ਥਲ ਦਾ ਇਲਾਕਾ, ਟੋਟਲੀ ਜਿੰਨਾ ਵੀ ਇਲਾਕਾ ਵਾ ਉਹ ਸਿਰਫ ਕੁਦਰਤ ਦੀ ਬਾਰਿਸ਼ ਤੇ ਮੁਨਸਰ ਹੈ। लेकिन अगर बारिश नहीं हो रही, बारिश तो एक अनमोल तोहफा है कुदरत का, अगर बिरानी इलाके बारिश नहीं हो रही और उन्होंने गंदम जी ड्रिल काश्त या छट्टा काश्त जिस तरह भी कर दी है वत्तर दे ते हुण वेख रहे हैं कि कुदरत बारिश करे तो यार जी अजकल फोग पै रही है जिन्होंने धुंध कहने हैं, जोड़ा साडा कोहरा पै रहा वै वो बारिश तो घट नहीं हैगा। ਉਹ ਤੋਂ ਫਾਇਦਾ ਲੈਣ ਵਾਸਤੇ ਅਸੀਂ ਕਾਸ਼ਤਕਾਰ ਜਿਹੜੇ ਉਹ ਕੀ ਕਰ ਸਕਦੇ ਹਾਂ। ਮੈਂ ਕਿਸਾਨਾਂ ਨੂੰ ਅਕਸਰ ਕਹਿਣਾ ਹੈ ਕਿ ਧੁੰਦ ਤੇ ਕੋਰਾ ਗੰਦਮ ਵਾਸਤੇ ਹੈ ਸੋਨਾ। ਹੁਣ ਇਸ ਸੋਨੇ ਦਾ ਇਸਤੇਮਾਲ ਕਿੱਦਾਂ ਕਰਨਾ ਵਾ, ਇਸ ਸੋਨੇ ਨੂੰ ਅਡੋਪਟ ਕਿਸ ਤਰ੍ਹਾਂ ਕਰਨਾ ਵਾ, ਅੱਜ ਇਹਦੇ ਬਾਰੇ ਡਿਸਕਸ ਕਰਦੇ ਹਾਂ। ਸਾਡੇ ਬਿਰਾਨੀ ਇਲਾਕਿਆਂ ਦੇ ਵੀ ਕਾਸ਼ਤਕਾਰ ਤੇ ਸਾਡੇ ਜਿਹੜੇ ਨਹਿਰੀ ਇਲਾਕਿਆਂ ਦੇ ਵੀ ਕਾਸ਼ਤਕਾਰ ਆ ਉਹ ਵੀਡੀਓ ਗੌਰ ਨਾਲ ਦੇਖਿਓ, ਅੱਜ ਦੀ ਵੀਡੀਓ ਸਕਿਪ ਨਾ ਕਰਿਓ। ਖੁਦਾਰਾ ਮੈਂ ਤੁਹਾਡੇ ਵਾਸਤੇ ਵੀਡੀਓ ਬੜੇ ਪਲੈਨਿੰਗ ਨਾਲ ਸੋਚ ਕੇ ਪਲੈਨਿੰਗ ਨਾਲ ਉਹਨੂੰ ਲਿਆਉਣਾ ਮੈਂ ਔਰ ਵੀਡੀਓ ਐਂਡ ਤੱਕ ਦੇਖਿਆ ਕਰੋ। ਬਹੁਤ ਸ਼ੁਕਰੀਆ। ਅਕਸਰ ਤੁਸੀਂ ਦੇਖਿਆ ਕਿ ਬਿਰਾਨੀ ਇਲਾਕਿਆਂ ਦੀ ਜਿਹੜੀ ਗੰਦਮ ਹੈ ਉਹ ਤੀਲਾ ਹੁੰਦੀ ਹੈ, ਉਹ ਟ੍ਰਿਲਿੰਗ ਨਹੀਂ ਕਰਦੀ ਤੇ ਕਿਤੇ ਉਹਦਾ ਸਿੱਟਾ ਨਿਕਲ ਆਇਆ ਹੁੰਦਾ ਹੈ ਤੇ ਟਾਵੀਂ ਵਿਰਲੀ ਹੁੰਦੀ ਆ। ਅਗਰ ਬਾਰਿਸ਼ਾਂ ਚੰਗੀਆਂ ਪੈ ਜਾਣ ਤੇ ਉਹਦੇ ਸ਼ਗੂਫੇ ਜ਼ਿਆਦਾ ਹੋ ਜਾਂਦੇ ਆ, ਅਦਰਵਾਈਜ਼ ਜਿਹੜੀ ਆ ਉਹ ਗੰਦਮ ਕਿਤੇ ਚੰਗੀ ਤੇ ਕਿਤੇ ਮਾੜੀ। ਕਿਉਂ? ਉਹਨੂੰ ਬਾਰਿਸ਼ ਹੋਈ ਨਹੀਂ ਹੈ ਤੇ ਨਹਿਰੀ ਨਿਜ਼ਾਮ ਬਿਰਾਨੀ ਇਲਾਕਿਆਂ 'ਚ ਹੈ ਨਹੀਂ ਹੈ ਤੇ ਟਿਊਬਵੈੱਲ ਦਾ ਪਾਣੀ ਅਗਰ ਕਿਸੇ ਬੰਦੇ ਕੋਲ 10 ਏਕੜ ਹੈ ਤੇ 2 ਨੂੰ ਲੱਗਦਾ ਵੈ ਤੇ ਬਾਕੀ ਜਿਹੜਾ ਵੈ ਉਹ 8 ਨੂੰ ਪਾਣੀ ਨਹੀਂ ਲੱਗਦਾ। ਇਸ ਕਰਕੇ ਬਿਰਾਨੀ ਇਲਾਕਿਆਂ ਦੀ ਗੰਦਮ ਜਿਹੜੀ ਤੁਸੀਂ ਇਸ ਟਾਈਮ ਸਕਰੀਨ ਤੇ ਦੇਖ ਰਹੇ ਜੇ ਉਹ ਇਸ ਤਰ੍ਹਾਂ ਦੀ ਹੁੰਦੀ ਤੇ ਕਿਤੇ ਗੰਦਮ ਛੋਟੀ ਤੇ ਕਿਤੇ ਵੱਡੀ ਤੇ ਕਿਤੇ ਸਿੱਟਾ ਪਹਿਲੇ ਨਿਕਲ ਆਉਂਦਾ ਤੇ ਕਿਤੇ ਸਿੱਟਾ ਹਜੇ ਵਿੱਚ ਬਣ ਰਿਹਾ ਹੁੰਦਾ ਵੈ। ਤੇ ਕੁਦਰਤ ਦਾ ਜਿਹੜਾ ਅਨਮੋਲ ਤੋਹਫਾ ਵੈ ਜਿਹਨੂੰ ਅਸੀਂ ਧੁੰਦ ਕਹਿੰਦੇ ਆ, ਫੋਗ ਕਹਿੰਦੇ ਆ ਤੇ ਕੋਰਾ, ਇਹਨੂੰ ਅਸੀਂ ਆਪਣੀ ਗੰਦਮ ਵਾਸਤੇ ਸੋਨਾ ਕਿੰਜ ਬਣਾ ਸਕਦੇ ਹਾਂ ਤੇ ਪੰਜਾਬ ਦੇ ਨਹਿਰੀ ਨਿਜ਼ਾਮ ਜਿੰਨੀ ਪੈਦਾਵਾਰੀ ਸਲਾਹੀਅਤ ਫੀ ਏਕੜ ਅਸੀਂ ਬਿਰਾਨੀ ਇਲਾਕੇ 'ਚ ਕਿੰਜ ਲੈ ਸਕਦੇ ਹਾਂ। ਅੱਜ ਦੀ ਵੀਡੀਓ 'ਚ ਗੌਰ ਨਾਲ ਸੁਣਿਓ ਤੇ ਵੀਡੀਓ ਜਿਹੜੀ ਹੈ ਉਹ ਸ਼ੇਅਰ ਵੀ ਕਰਿਓ ਕਿਉਂਕਿ ਕਿਸੇ ਦਾ ਭਲਾ ਹੋ ਜਾਵੇ। ਅਕਸਰ ਤੁਸੀਂ ਦੇਖਿਆ ਕਿ ਸਾਡੀ ਨਹਿਰੀ ਇਲਾਕਿਆਂ ਜਿਹੜੀਆਂ ਗੰਦਮ ਹੈਗੀ ਆ ਉਹ ਬਿਹਤਰੀਨ ਹੁੰਦੀ, ਲਸ਼ ਗ੍ਰੀਨ, ਪੱਤਾ ਚੌੜਾ, ਤਣਾ ਮੋਟਾ ਤੇ ਬਿਹਤਰੀਨ ਉਹਦਾ ਤਣਾ ਹੁੰਦਾ ਵੈ, ਸ਼ਗੂਫਾ ਵੀ ਬਿਹਤਰੀਨ ਬਣਾਉਂਦੀ ਹੈ। ਔਰ ਸਾਡੇ ਬਿਰਾਨੀ ਇਲਾਕਿਆਂ ਦੇ ਜਿਹੜੇ ਭਰਾ ਹੁੰਦੇ ਆ ਉਹ ਕਹਿੰਦੇ ਯਾਰ ਨਹਿਰੀ ਇਲਾਕਿਆਂ ਦੀ ਤਾਂ ਪੈਦਾਵਾਰ ਜਿਹੜੀ ਆ ਉਹ ਬਿਹਤਰੀਨ ਹੈ, ਸਾਡੀ ਇੰਨੀ ਨਹੀਂ ਹੈਗੀ। ਤੇ ਇਨਸ਼ਾਅੱਲਾ ਅੱਜ ਦੀ ਵੀਡੀਓ ਦੇਖਣ ਤੋਂ ਬਾਅਦ ਸਾਡੇ ਬਿਰਾਨੀ ਇਲਾਕਿਆਂ ਦੇ ਜਿਹੜੇ ਕਾਸ਼ਤਕਾਰ ਹੈ ਉਹਨਾਂ ਦੀ ਵੀ ਫਸਲ ਜਿਹੜੀ ਹੈ ਉਹ ਪੰਜਾਬ ਦੇ ਨਹਿਰੀ ਜਿਹੜੇ ਇਲਾਕੇ ਹੈ ਜਿਹੜੇ ਲਸ਼ ਗ੍ਰੀਨ ਹੈਗੇ ਆ, ਹੁਣ ਬਿਰਾਨੀ ਇਲਾਕਿਆਂ ਦੀ ਗੰਦਮ ਦੀ ਪੈਦਾਵਾਰ ਉਹਦੇ ਮੱਦੇ ਮੁਕਾਬਲ ਆਏ ਕਰੇਗੀ। ਜਿੱਦਾਂ ਕਿ ਸਾਡੇ ਸਾਰੇ ਪਾਕਿਸਤਾਨ ਦੇ ਕਿਸਾਨ ਵੀਰਾਂ ਨੂੰ ਪਤਾ ਕਿ ਸਾਊਦੀ ਅਰਬ ਇੱਕ ਸਹਿਰਾਈ ਮੁਲਕ ਹੈਗਾ ਵੈ, ਉੱਥੇ ਰੇਤ ਹੀ ਰੇਤ ਹੈਗੀ ਹੈ, ਮਿੱਟੀ ਦਾ ਕਨਸੈਪਟ ਉੱਥੇ ਬਹੁਤ ਘੱਟ ਹੈਗਾ, ਨਾ ਹੋਣ ਦੇ ਬਰਾਬਰ ਹੈਗਾ ਵੈ। ਤੇ ਮੈਂ ਤੁਹਾਡੇ ਇਲਮ 'ਚ ਇਜ਼ਾਫਾ ਕਰਦਾ ਜਾਵਾਂ ਕਿ ਸਾਊਦੀ ਅਰਬ ਸਾਰੀ ਉਮਰ ਜਿਹੜਾ ਵੈ ਉਹ ਗੰਦਮ ਪਾਕਿਸਤਾਨ ਤੋਂ, ਇੰਡੀਆ ਤੋਂ ਜਾਂ ਯੂਕਰੇਨ ਤੋਂ ਜਾਂ ਹੋਰ ਮੁਲਕਾਂ ਤੋਂ ਇੰਪੋਰਟ ਕਰਦਾ ਰਿਹਾ। ਪਿਛਲੇ 2 ਸਾਲਾਂ ਤੋਂ ਸਾਊਦੀ ਅਰਬ ਜਿਹੜਾ ਵੈ ਉਹ ਹੈਰਾਨਗੀ ਵਾਲੀ ਗੱਲ ਹੈਗੀ ਹੈ ਕਿ ਗੰਦਮ ਐਕਸਪੋਰਟ ਕਰ ਰਿਹਾ ਵੈ, ਯਾਨੀ ਕਿ ਆਪ ਖੁਦ ਕਫੀਲ ਹੋ ਗਏ ਗੰਦਮ ਚੂ ਤੇ ਹੁਣ ਦੂਜੇ ਮੁਲਕਾਂ ਨੂੰ ਉਹ ਵੇਚਣ ਵੀ ਦਿਆ ਵੈ। ਤੇ ਇਹ ਕਿਵੇਂ ਮੁਮਕਿਨ ਹੋਇਆ ਕਿ ਇੱਕ ਰੇਤਲਾ ਇਲਾਕਾ ਜਿੱਥੇ ਹਰ ਤਰਫ ਰੇਤ, ਸਹਿਰਾ, ਟੀਲੇ ਤੇ ਉੱਥੇ ਅੱਜ ਗੰਦਮ ਨਹੀਂ ਖਾਲੀ ਸਬਜ਼ੀਆਂ ਵੀ, ਫਲ ਵੀ, ਹਰ ਚੀਜ਼ ਜਿਹੜੀ ਹੈ ਉੱਥੇ ਵਾਫਰ ਮਕਦਾਰ 'ਚ ਹੋ ਗਈ ਹੈ। ਜਦਕਿ ਪਾਕਿਸਤਾਨ ਤੇ ਇੱਕ ਜ਼ਰਈ ਮੁਲਕ ਹੈ, ਜ਼ਰਾਤ ਉਹਦੀ ਰੀੜ੍ਹ ਦੀ ਹੱਡੀ ਹੈ ਤੇ ਅਸੀਂ ਅੱਜ ਵੀ ਜਿਹੜੇ ਹੈ ਉਹ ਕਈ 100 ਸਾਲ ਪਿੱਛੇ ਖੜ੍ਹੇ ਆ। ਸਾਡੇ ਪੁਠਹਾਰੀ ਇਲਾਕੇ ਜਿਹੜੇ ਹੈ ਉੱਥੇ ਪਾਣੀ ਦੀ ਕਿੱਲਤ ਹੈ, ਉਹ ਜਾਂ ਛੋਟੇ ਪਹਾੜੀਆਂ ਵੈ, ਪਾਣੀ ਗਹਿਰਾ ਹੈਗਾ ਵੈ। ਅਗਰ ਕਿਸੇ ਜ਼ਿਮੀਂਦਾਰ ਦੀ 10-15 ਏਕੜ ਜ਼ਮੀਨ ਹੈ ਤੇ ਸਿਰਫ ਆਪਣਾ 2 ਏਕੜ ਨੂੰ ਉਹ ਪਾਣੀ ਲਾ ਰਿਹਾ ਵੈ, ਬਾਕੀ ਉਹਦੀ ਜ਼ਮੀਨ ਨੂੰ ਪਾਣੀ ਕੁਦਰਤ ਦਾ ਬਾਰਿਸ਼ ਨਾਲ ਲੱਗਦਾ ਵੈ। ਤੇ ਅੱਜ ਦੀ ਵੀਡੀਓ ਜਿਹੜੀ ਹੈ ਉਹਦੇ ਮੈਂ ਦੱਸਾਂਗਾ ਕਿ ਤੁਸੀਂ ਕੋਰੇ ਤੋਂ ਔਰ ਧੁੰਦ ਤੋਂ ਪਾਣੀ ਕਿਸ ਤਰ੍ਹਾਂ ਹਾਸਲ ਕਰ ਸਕਦੇ ਜੇ। ਜਦੋਂ ਸਮਝੋ ਕਿ ਕੋਰਾ ਔਰ ਧੁੰਦ ਪੈਣ ਲੱਗ ਗਈ ਹੈ ਤੇ ਸਮਝੋ ਕਿ ਬਾਰਿਸ਼ ਅਗਰ ਨਹੀਂ ਵੀ ਹੋ ਰਹੀ ਤਾਂ ਤੁਹਾਡੇ ਵਾਸਤੇ ਉਹ ਬੈਨੀਫਿਟ ਹੈ ਧੁੰਦ ਜਿਹੜੀ ਹੈ। ਅਕਸਰ ਤੁਸੀਂ ਦੇਖਿਆ ਹੋਏਗਾ ਕਿ ਜਦੋਂ ਬਾਰਿਸ਼ ਪੈਂਦੀ ਹੈ ਤੇ ਬਾਰਿਸ਼ ਪੈਣ ਤੋਂ
ਇੱਕ ਦਿਨ ਬਾਅਦ ਜਾਂ ਉਸੇ ਦਿਨ ਹੀ ਤੁਸੀਂ ਜਿਹੜੇ ਬਾਹਰ ਨਿਕਲਦੇ ਜੀ ਆਪਣੀਆਂ ਫਸਲਾਂ ਨੂੰ ਦੇਖਦੇ ਜੀ ਕਿ ਤੁਹਾਡੀਆਂ ਫਸਲਾਂ ਲਸ਼ ਗ੍ਰੀਨ ਨਜ਼ਰ ਆ ਰਹੀਆਂ ਹੁੰਦੀਆਂ ਵਾ। ਹਜੇ ਕਿ ਬਾਰਿਸ਼ ਅੱਧਾ ਘੰਟਾ ਜਾਂ 1 ਘੰਟਾ ਹੋਈ ਹੁੰਦੀ ਹੈ ਜਾਂ 2 ਘੰਟੇ ਮੈਕਸਿਮਮ ਹੋਈ ਹੁੰਦੀ ਹੈ, ਔਰ ਫਸਲ ਤੁਹਾਨੂੰ ਠੀਕ 2-4 ਘੰਟੇ ਤੋਂ ਬਾਅਦ ਲਸ਼ ਗ੍ਰੀਨਰੀ ਹਰ ਤਰਫ ਨਜ਼ਰ ਆ ਰਹੀ ਹੁੰਦੀ ਹੈ। ਇਸ ਤਰ੍ਹਾਂ ਕਿਉਂ ਹੁੰਦਾ ਵਾ? ਹਵਾ ਦੇ ਵਿੱਚ ਨਾਈਟ੍ਰੋਜਨ ਹੈ। ਸਾਡੀ ਜਿਹੜੀ ਨਾਈਟ੍ਰੋਜਨ ਹੈ ਉਹ ਇਸੇ ਹਵਾ ਤੋਂ ਬਣਦੀ ਹੈ, ਤੇ ਜਦੋਂ ਬਾਰਿਸ਼ ਹੁੰਦੀ ਹੈ ਉਹ ਨਾਈਟ੍ਰੋਜਨ ਜਿੰਨੀ ਵੀ ਹੁੰਦੀ ਹੈ ਹਵਾ ਦੇ ਵਿੱਚ ਉਹ ਸਾਰੀ ਪਾਣੀ ਦੇ ਨਾਲ ਬਖਰਾਤ ਬਣ ਕੇ ਥੱਲੇ, ਬਜਾਏ ਕਿ ਤਾਂ ਨੂੰ ਜਾਵੇ ਬਖਰਾਤ ਬਣ ਕੇ, ਉਹ ਥੱਲੇ ਆ ਜਾਂਦੀ ਹੈ ਔਰ ਪੱਤਿਆਂ ਤੇ ਪੌਦਿਆਂ ਤੇ ਜ਼ਮੀਨ ਤੇ ਡਿੱਗਦੀ ਆ ਕੇ, ਤੇ ਜਿਹਦੇ ਨਾਲ ਪੌਦੇ ਦੀ ਨਾਈਟ੍ਰੋਜਨ ਪੂਰੀ ਹੁੰਦੀ ਹੈ ਔਰ ਪੌਦਾ ਜਿਹੜਾ ਵੈ ਸਬਜ਼, ਔਰ ਉਹਦੇ ਥੋੜ੍ਹੇ ਦਿਨਾਂ 'ਚ ਉਹਦਾ ਕੱਦ ਜਿਹੜਾ ਵਧਣਾ ਸ਼ੁਰੂ ਹੋ ਜਾਂਦਾ ਵੈ। ਇਸ ਤਰ੍ਹਾਂ ਜਦੋਂ ਕੋਰਾ ਤੋਂ ਧੁੰਦ ਪੈਂਦੀ ਹੈ ਤੇ ਬਜਾਏ ਕਿ ਕੋਈ ਵੀ ਚੀਜ਼ ਵੈਪੋਰੇਟ ਹੋ ਕੇ ਆਸਮਾਨ ਦੀ ਤਰਫ ਜਾਵੇ, ਤੇ ਧੁੰਦ ਤੇ ਕੋਰਾ ਇੱਕ ਲੇਅਰ ਬਣਾ ਦਿੰਦਾ ਵੈ। ਉਹ ਜਿਹੜੀ ਵੀ ਸ਼ੈ ਹੁੰਦੀ ਹੈ ਹਵਾ 'ਚ, ਨਾਈਟ੍ਰੋਜਨ ਹੋਵੇ ਜਾਂ ਹੋਰ ਮਾਲੀਕਿਊਲਸ ਹੋਣ, ਹੋਰ ਮਿਨਰਲਸ ਹੋਣ, ਉਹ ਬਜਾਏ ਉੱਪਰ ਜਾਣ ਦੇ ਉਹ ਨੀਚੇ ਆਉਂਦੇ ਹੈ। ਔਰ ਜਦੋਂ ਧੁੰਦ ਲੱਥਦੀ ਹੈ, ਜਿਹਨੂੰ ਕਹਿੰਦੇ ਧੁੰਦ ਛੱਡ ਗਈ ਹੈ, ਠੀਕ ਹੈ, ਤੇ ਉਦੋਂ ਤੁਸੀਂ ਅਕਸਰ ਵੇਖਿਆ ਹੋਏਗਾ ਕਿ ਤੁਸੀਂ ਆਪਣੇ ਖੇਤਾਂ ਨੂੰ ਵੇਖੋ ਜਾਂ ਆਪਣੇ ਜਾ ਕੇ ਗੰਦਮ ਦੇ ਪੌਦਿਆਂ ਨੂੰ ਵੇਖੋ, ਤੇ ਉਹਨਾਂ ਦੇ ਉੱਤੇ ਸ਼ਬਨਮ ਹੁੰਦੀ ਹੈ, ਔਰ ਸ਼ਬਨਮ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਹੁੰਦੀ ਹੈ। ਤੇ ਅੱਜ ਕੱਲ੍ਹ ਤੇ ਧੁੰਦ ਲੱਥ ਹੀ ਨਹੀਂ ਰਹੀ। ਕਈਆਂ ਇਲਾਕਿਆਂ ਦੇ ਵਿੱਚ ਰਾਤ ਵੀ ਧੁੰਦ ਰਹਿੰਦੀ ਹੈ, ਜਾਂ ਰਾਤ ਦੇ ਪਿਛਲੇ ਪੈਰ ਲੱਥਦੀ ਹੈ ਤੇ ਸੁਬਾਹ ਫਿਰ ਫੋਗ ਪੈਣਾ ਸ਼ੁਰੂ ਹੋ ਜਾਂਦੀ ਹੈ। ਬਰਾਨੀ ਇਲਾਕਿਆਂ ਵਾਸਤੇ ਫਰਟੀਲਾਈਜ਼ਰ ਪਲਾਨ ਬਿਨਾਂ ਪਾਣੀ ਤੋਂ, ਉਹ ਮੈਂ ਹੁਣ ਦੱਸਣ ਲੱਗਾ। ਮੈਂ ਗੌਰ ਨਾਲ ਸੁਣਿਓ, ਕਾਪੀ ਪੈਨਸਲ ਹੱਥ 'ਚ ਫੜ ਲਓ, ਤਰੀਕਾ ਇਸਤੇਮਾਲ ਵੀ ਜ਼ਰਾ ਸੁਣ ਲਿਓ ਗੌਰ ਨਾਲ। ਫਰਜ਼ ਕਰੋ ਤੁਹਾਡੀ ਜ਼ਮੀਨ ਨੂੰ ਆਪਣਾ ਕਾਸ਼ਤ ਕੀਤੀ ਨੂੰ, ਅੱਜ ਜਿਹੜਾ ਵਾ ਗੰਦਮ ਕਾਸ਼ਤ ਕੀਤੀ ਨੂੰ 40 ਦਿਨ ਹੋ ਗਏ ਜਾਂ 45 ਦਿਨ ਹੋ ਗਏ, ਤੁਸੀਂ ਪਾਣੀ ਨਹੀਂ ਲਗਾ ਸਕੇ ਔਰ ਥੱਲੇ ਤੁਸੀਂ DAP ਪਾਇਆ ਵਾ ਜਾਂ ਨਾਈਟ੍ਰੋਫਾਸ ਪਾਇਆ ਵਾ, ਤੇ ਹੁਣ ਤੁਸੀਂ ਉਹਦੇ ਆਪਣਾ ਧੁੰਦ ਦਾ ਜਿਹੜਾ ਪਾਣੀ ਹੈਗਾ ਵਾ, ਜਿਹੜੀ ਤਰੇਲ ਹੈਗੀ ਹੈ, ਉਦੋਂ ਤੋਂ ਸ਼ਬਨਮ ਤੋਂ ਕਿੱਦਾਂ ਫਾਇਦਾ ਉਠਾ ਸਕਦੇ? ਤੁਸੀਂ 15 ਕਿਲੋ ਯੂਰੀਆ ਲਵੋ, 1 ਕਿਲੋ ਸਲਫਰ ਲਵੋ ਔਰ 1 ਕਿਲੋ ਜ਼ਿੰਕ ਲੈ ਲਓ। ਅਗਰ ਜ਼ਿੰਕ ਦਾਣੇਦਾਰ ਹੈ ਤਾਂ ਉਹਨੂੰ ਪੀਸ ਲਓ, ਉਹਨੂੰ ਕੁੱਟ ਲਵੋ, ਨਹੀਂ ਤਾਂ ਚਿਲਟਡ ਜ਼ਿੰਕ 1 ਕਿਲੋ ਲੈ ਲਓ। ਅਕਸਰ ਹੁੰਦਾ ਚਿਲਟਡ ਜ਼ਿੰਕ ਮਹਿੰਗੀ ਮਿਲਦੀ ਹੈ, ਤਾਂ ਤੁਸੀਂ ਦਾਣੇਦਾਰ ਲੈ ਕੇ ਉਹਨੂੰ ਪੀਸ ਲਓ, ਗ੍ਰਾਈਂਡ ਕਰ ਲਓ, ਜਾਂ ਉਹ 'ਤੇ ਡੰਡਾ ਮਾਰ ਕੇ ਤੇ ਜਿਹੜਾ ਵਾ ਉਹਨੂੰ ਬਰੀਕ ਕਰ ਲਓ। ਤੇ ਸ਼ਾਮ ਜਿਹੜਾ ਵਾ ਉਹ 4:30 ਵਜੇ ਦੇ ਦਰਮਿਆਨ ਜਾ ਕੇ ਜਾਂ 3 ਵਜੇ ਦੇ ਦਰਮਿਆਨ ਜਾ ਕੇ, ਅਗਰ ਤੁਸੀਂ ਸਮਝਦੇ ਕਿ ਸਾਰਾ ਦਿਨ ਫੋਗ ਨਹੀਂ ਲੱਥੀ, ਤਾਂ ਤੁਸੀਂ 12 ਵਜੇ ਵੀ ਜਾ ਕੇ ਉਹਨੂੰ ਛੱਟਾ ਕਰ ਸਕਦੇ ਜੇ। ਅਗਰ ਤੁਸੀਂ ਸਮਝਦੇ ਜੇ ਕਿ ਯਾਰ ਹੁਣ ਫੋਗ ਲੱਥ ਗਈ ਹੈ ਔਰ ਮੈਂ ਹੁਣ ਛੱਟਾ ਕਰਾਂਗਾ ਤੇ ਇਹ ਹਵਾ ਦੇ ਵਿੱਚ ਵੈਪੋਰੇਟ ਹੋ ਜਾਏਗਾ, ਤਾਂ ਤੁਸੀਂ ਮਗਰਬ ਤੋਂ ਥੋੜ੍ਹਾ ਜਿਹਾ ਪਹਿਲੇ ਜਾ ਕੇ ਆਪਣੀ ਜ਼ਮੀਨ 'ਤੇ 15 ਕਿਲੋ ਯੂਰੀਆ, 1 ਕਿਲੋ ਸਲਫਰ, 1 ਕਿਲੋ ਜ਼ਿੰਕ ਦਾ ਤੁਸੀਂ ਜਾ ਕੇ ਛੱਟਾ ਕਰਕੇ ਆ ਸਕਦੇ ਜੇ। ਅੱਛਾ, ਬਗੈਰ ਪਾਣੀ ਤੋਂ ਤੁਸੀਂ ਕੋਰ ਪੈਲੀ ਪਈ ਹੈ ਔਰ ਤੁਸੀਂ ਕਹੋਗੇ ਯਾਰ ਸਾਨੂੰ ਬੰਦਾ ਗਲਤ ਮਸ਼ਵਰਾ ਦੇ ਰਿਹਾ ਵੈ, ਅਸੀਂ ਉਹ ਕਿੱਦਾਂ ਜਾ ਕੇ ਛੱਟਾ ਕਰੀਏ ਤੇ ਕਿੰਝ ਜਾ ਕੇ ਸਾਡੀ ਜ਼ਮੀਨ ਨੂੰ ਲੱਗੇਗੀ? ਤੁਸੀਂ ਇਸ ਟਾਈਮ ਦੇਖ ਰਹੇ ਕਿ ਇਹ ਗੰਦਮ ਦੇ ਕੁਝ ਪੱਤਿਆਂ ਦੇ ਉੱਤੇ ਸ਼ਬਨਮ ਪਾਣੀ ਦੇ ਕਤਰੇ ਮੌਜੂਦ ਹੈਗੇ ਆ, ਔਰ ਇਹ ਇਸ ਟਾਈਮ ਜਿਹੜਾ ਵਾ ਦਿਨ ਦਾ ਜਿਹੜਾ ਵਾ ਉਹ 2:30 ਵਜੇ ਹੋਏ ਹੈ, 2:30 ਦਾ ਟਾਈਮ ਹੈ। ਔਰ ਅੱਜ ਲਾਹੌਰ ਦਾ ਜਿਹੜਾ ਮੌਸਮ ਹੈ ਉਹ ਕਦਰੇ ਬਿਹਤਰ ਹੈ, ਸੂਰਜ ਦੀ ਰੋਸ਼ਨੀ ਜਿਹੜੀ ਹੈ ਉਹ ਥੋੜ੍ਹੀ ਜਿਹੀ ਸੂਰਜ ਨਜ਼ਰ ਆ ਰਿਹਾ ਵਾ, ਲੇਕਿਨ ਇਹ ਅੱਜ ਪਹਿਲਾ ਦਿਨ ਹੈ, 5-7 ਦਿਨਾਂ ਤੋਂ ਬਾਅਦ ਨਜ਼ਰ ਆਇਆ ਵਾ। ਗੰਦਮ ਦਾ ਜਿਹੜਾ ਪੌਦਾ ਹੁੰਦਾ ਵਾ, ਜਦੋਂ ਉਹਨੂੰ ਜ਼ਮੀਨ 'ਚੋਂ ਨਹੀਂ ਮਿਲ ਰਹੀ ਹੁੰਦੀ ਖੁਰਾਕ, ਤੇ ਉਹਦੀਆਂ ਜੜ੍ਹਾਂ ਜਿਹੜੀਆਂ ਵਾ ਉਹ ਉੱਪਰ ਆ ਜਾਂਦੀਆਂ ਵਾ। ਮੈਂ ਆਪਣੀ ਪਿਛਲੀ ਵੀਡੀਓ 'ਚ ਵੀ ਦੱਸਿਆ ਕਿ ਗੰਦਮ ਇੱਕ ਐਸਾ ਪੌਦਾ ਵਾ, ਕੋਈ ਵੀ ਪੌਦਾ ਵਾ, ਉਹਦੀਆਂ ਜੜ੍ਹਾਂ ਜਿਹੜੀਆਂ ਵਾ ਉੱਤੇ ਆ ਜਾਂਦੀਆਂ ਵਾ ਆਪਣੀ ਖੁਰਾਕ ਹਾਸਲ ਕਰਨ ਵਾਸਤੇ। ਉਹਨੂੰ ਅਗਰ ਲੱਗਦਾ ਵਾ ਖੁਰਾਕ ਉੱਤੇ ਪਈ ਹੈ, ਇਸ ਟਾਈਮ ਤੁਸੀਂ ਇਹ ਜਿਹੜੀ ਗਰੀਨਰੀ ਉੱਲੀ ਵੇਖ ਰਹੇ ਜੇ, ਇਹ DAP ਇੱਥੇ ਜ਼ਿਆਦਾ ਪਈ, ਜਿੱਥੇ DAP ਜ਼ਿਆਦਾ ਪਈ ਹੈ ਉਹ ਪੌਦਾ ਉੱਥੋਂ ਖੁਰਾਕ ਲੈ ਰਿਹਾ। ਵੇਖੋ ਚਾਰੋਂ ਤਰਫ ਆ ਕੇ ਜਿੱਦਾਂ ਉਹ ਪੈਪ ਨਹੀਂ ਲੱਗੇ ਹੁੰਦੇ, ਇਸ ਤਰ੍ਹਾਂ ਜੜ੍ਹਾਂ ਲੱਗੀਆਂ ਵਾ ਔਰ ਉਹ ਖੁਰਾਕ ਹਾਸਲ ਕਰ ਰਹੀਆਂ ਵਾ। ਇਹ ਸਰਦੀਆਂ 'ਚ ਅਮੂਮਨ ਹੁੰਦਾ ਵਾ ਕਿ ਜ਼ਮੀਨ ਦੇ ਥੱਲੇ ਅਗਰ ਖੁਰਾਕ ਨਹੀਂ ਪੌਦੇ ਦੀ ਅੱਛੀ ਪਾਈ ਹੈਗੀ, ਤਾਂ ਉਹ ਉੱਤੇ ਆ ਕੇ ਆਪਣਾ ਪਾਣੀ ਔਰ ਖੁਰਾਕ ਲੈਣ ਵਾਸਤੇ ਉੱਪਰ ਆ ਜਾਂਦੀਆਂ ਵਾ। ਤੁਸੀਂ ਵੇਖ ਰਹੇ ਹੈਗਾ ਸ਼ਬਨਮ ਪੈ ਰਹੀ ਹੈ, ਤੇ ਉਹ ਸ਼ਬਨਮ ਦਾ ਕਮਾਲ ਹੈਗਾ ਹੈ ਕਿ ਉਹਦੇ ਨਾਲ ਜਿੰਨੇ ਵੀ ਨਾਈਟ੍ਰੋਜਨ ਮਵਾਦ ਹੈਗੇ ਆ ਉਹ ਜੜ੍ਹਾਂ ਲੈ ਕੇ ਪੌਦੇ ਨੂੰ ਦੇ ਰਹੀਆਂ ਹੁੰਦੀਆਂ ਵਾ। ਹੁਣ ਇਸ ਹਾਲਤ 'ਚ ਜਦੋਂ ਤੁਸੀਂ ਕੋਈ ਕਿਸਾਨ ਆਪਣੀ ਫਸਲ ਨੂੰ ਖਾਦ ਪਾਏਗਾ ਤੇ ਇਹ ਜੜ੍ਹਾਂ ਤੋਂ ਉੱਤੇ ਆਈਆਂ ਹੋਈਆਂ ਵਾ, ਤੇ ਤੁਹਾਡਾ ਕੀ ਖਿਆਲ ਹੈ ਕਿ ਉਹ ਜੜ੍ਹਾਂ ਜਿਹੜੀਆਂ ਖੁਰਾਕ ਨਹੀਂ ਹਾਸਲ ਕਰਕੇ ਪਹੁੰਚਾਉਣਗੀਆਂ? ਅਗਰ ਯੂਰੀਆ ਦਾ ਦਾਣਾ ਇੱਥੇ ਡਿੱਗਦਾ ਜਾਂ ਇੱਥੇ ਡਿੱਗਦਾ, ਕਿਤੇ ਵੀ ਦੂਰ ਦੂਰ ਡਿੱਗਦਾ ਵਾ, ਤਾਂ ਤੁਸੀਂ ਦੇਖ ਸਕਦੇ ਇਸ ਟਾਈਮ ਖੇਤ ਦੇ ਵਿੱਚ ਹਰ ਤਰਫ ਜਿਹੜੀਆਂ ਵਾ ਚਿੱਟੀਆਂ ਜਿਹੜੀਆਂ ਉਹ ਰੂਟਸ ਜਿਹੜੀਆਂ ਵਾ, ਜਿਹੜੀਆਂ ਜੜ੍ਹਾਂ ਵਾ ਗੰਦਮ ਦੀਆਂ ਉੱਪਰ ਆਈਆਂ ਹੋਈਆਂ ਵਾ। ਇਸ ਤਰ੍ਹਾਂ ਹੀ ਬਰਾਨੀ ਇਲਾਕਿਆਂ ਦੇ ਵਿੱਚ ਜਦੋਂ ਆਪਣਾ ਸਾਡਾ ਕਿਸਾਨ ਜਿਹੜਾ ਵਾ ਉਹ ਸ਼ਬਨਮ ਤੋਂ ਪੈਣ ਤੋਂ ਥੋੜ੍ਹਾ ਜਿਹਾ ਪਹਿਲੇ 4:30 ਵਜੇ ਛੱਟਾ ਕਰੇਗਾ ਆਪਣੀ ਜ਼ਮੀਨ ਦੇ ਵਿੱਚ ਜ਼ਿੰਕ ਦਾ, ਸਲਫਰ ਦਾ, 15 ਕਿਲੋ ਯੂਰੀਆ ਦਾ, ਤੇ ਰਾਤ ਸਾਰੀ ਜਿਹੜੀ ਆ ਉਹ ਤਰੇਲ ਪੈਂਦੀ ਰਹੇਗੀ, ਔਸ ਪੈਂਦੀ ਰਹੇਗੀ। ਤੇ ਜਦੋਂ ਤਰੇਲ ਆਪਣਾ ਪੱਤੇ 'ਤੇ ਪਏਗੀ, ਸ਼ਬਨਮ ਜਿਹੜੀ ਹੈ ਉਹ ਪੱਤੇ 'ਤੇ ਪਏਗੀ,
ਤੇ ਰਾਹ ਸਾਰੀ ਉਹ ਟਪਕਦਾ ਰਹੇਗਾ ਪਾਣੀ ਇਹਦੇ ਨਾਲ ਤਣੇ ਦੇ ਜਦੋਂ ਨਾਲ ਹੁੰਦਾ ਹੈਗਾ, ਜਿਹੜਾ ਇੱਥੇ ਦਾਣਾ ਪਿਆ ਹੋਏਗਾ ਬਿਲਕੁਲ ਥੱਲੇ ਆਪਣਾ ਯੂਰੀਆ ਹੋਏਗੀ, ਸਲਫਰ ਹੋਏਗੀ, ਸਾਡੀ ਜ਼ਿੰਕ ਹੋਏਗੀ, ਤੇ ਉਹ ਐਟੋਮੈਟਿਕਲੀ ਤਣੇ ਦੇ ਨਾਲ ਤੁਸੀਂ ਦੇਖ ਰਹੇ ਜੇ ਕਿ ਇਹ ਸੁਰਾਖ ਬਣੇ ਹੋਏ ਆ, ਜਿਹੜੇ ਪੌਦੇ ਦੇ ਨਾਲ ਸੁਰਾਖ ਬਣੇ ਆ, ਉਹ ਜਦੋਂ ਪਾਣੀ ਟਪਕੇਦਾ ਤਾਂ ਜਿਹੜੀ ਇੱਥੇ ਯੂਰੀਆ ਪਏਗੀ ਉਹ ਐਟੋਮੈਟਿਕਲੀ ਕੋਰ ਵਾਲੀ ਜਿਹੜੀ ਜਗ੍ਹਾ ਹੋਏਗੀ ਉਹ ਜਲਦੀ ਜਜ਼ਬ ਕਰੇਗੀ। ਤੇ ਕੋਰ ਵਾਲੀ ਜਗ੍ਹਾ ਜਲਦੀ ਜਜ਼ਬ ਇਸ ਲਈ ਕਰਦੀ ਕਿ ਪਹਿਲੇ ਕੋਰ ਹੁੰਦੀ ਹੈ ਔਰ ਉਹ ਤਣੇ ਥਾਣੀ ਹੁੰਦਾ ਹੋਇਆ ਜੜ ਤੱਕ ਜਿਹੜਾ ਵੈ ਉਹ ਜਿੰਨੇ ਵੀ ਸਾਡੇ ਫੋਲੀਅਰ ਹੋਣਗੇ, ਜਿੰਨੇ ਸਾਡੀਆਂ ਉਹ ਫਰਟੀਲਾਈਜ਼ਰ ਹੋਣਗੀਆਂ ਉਹ ਜੜ ਤੱਕ ਪਹੁੰਚ ਜਾਣਗੀਆਂ ਔਰ ਜੜ ਨੂੰ ਪਾਣੀ ਵੀ ਮਿਲ ਰਿਹਾ ਵਾ, ਜਿੱਦਾਂ ਡ੍ਰਿਪ ਐਰੀਗੇਸ਼ਨ ਦੇ ਨਾਲ ਪੌਦੇ ਨੂੰ ਪਾਣੀ ਮਿਲ ਰਿਹਾ, ਇਸ ਤਰ੍ਹਾਂ ਹੀ ਬਰਾਨੀ ਇਲਾਕਿਆਂ ਦੇ ਵਿੱਚ ਨਹੀਂ, ਬਜਾਏ ਜਿੱਥੇ ਤੇ ਫੋਗ ਪੈਂਦੀ ਹੈ, ਸ਼ਬਨਮ ਪੈਂਦੀ ਹੈ, ਉਹ ਸਾਰੇ ਇਲਾਕਿਆਂ ਨੂੰ ਸਰਦੀਆਂ ਦੇ ਵਿੱਚ ਇਸ ਤਰ੍ਹਾਂ ਹੀ ਕਤਲਾ ਕਰਕੇ ਪੌਦੇ ਨੂੰ ਪਾਣੀ ਪੂਰੀ ਰਾਤ ਮਿਲਦਾ ਰਹਿੰਦਾ ਵਾ। ਔਰ ਕਿਸੇ ਨੇ ਟੈਸਟ ਕਰਨਾ ਹੋਵੇ ਤੇ ਉਹ ਪੌਦੇ ਲਾ ਕੇ ਚੱਲ ਜਾਏ, ਖਾਲੀ ਇੱਕ ਪੌਦੇ ਨੂੰ ਲੈ ਕੇ ਤੇ ਉਹ ਹਰ ਘੰਟੇ ਬਾਅਦ ਝਾੜੇ ਤੇ ਤੁਸੀਂ ਵੇਖੋਗੇ ਸ਼ਬਨਮ ਦੇ ਕਮ ਅਜ਼ ਕਮ 20 ਤੋਂ 25 ਕਤਰੇ ਇੱਕ ਪੌਦੇ ਦੇ ਨਾਲ ਚਿਮੜੇ ਹੋਣਗੇ। ਅੰਦਾਜ਼ਾ ਕਰੋ 20-25 ਸ਼ਬਨਮ ਦੇ ਕਤਰੇ ਹਰ ਇੱਕ ਘੰਟੇ ਬਾਅਦ ਬਣਦੇ ਆ, ਤੇ ਪੂਰੀ ਰਾਤ ਦੇ ਵਿੱਚ ਇੱਕ ਪੌਦੇ ਦੇ ਨਾਲ ਕਿੰਨੇ ਕਤਰੇ ਬਣਦੇ ਹੋਣਗੇ। ਔਰ ਸਾਰੀ ਰਾਤ ਔਰ ਸਵੇਰ 12 ਵਜੇ ਤੱਕ ਉਹ ਤਰੇਲ ਲੱਥਦੀ ਰਹਿੰਦੀ ਹੈ ਔਰ ਪੌਦਿਆਂ ਦੇ ਥੱਲੇ ਡਿੱਗਦੀ ਰਹਿੰਦੀ ਹੈ ਔਰ ਪੌਦਿਆਂ ਦੇ ਤਣਿਆਂ ਦੇ ਨਾਲ ਹੁੰਦੀ ਹੋਈ ਜੜ੍ਹਾਂ ਤੱਕ ਜਾਂਦੀ ਹੈ। ਤੇ ਮੈਨੂੰ ਦੱਸੋ ਕਿ ਅਗਰ ਬਾਰਿਸ਼ ਨਹੀਂ ਵੀ ਹੋਈ ਤੇ ਕਿਆ ਜਦੋਂ ਤੁਸੀਂ ਸਪਰੇਵਾਂ ਯੂਜ਼ ਕਰੋਗੇ, ਫੋਲੀਅਰ ਸਪਰੇਵਾਂ ਜਿਹੜੀਆਂ ਵੈ ਔਰ ਪਲੱਸ ਜਿਹੜੀ ਵੈ ਯੂਰੀਆ ਯੂਜ਼ ਕਰੋਗੇ, ਪਲੱਸ ਜ਼ਿੰਕ, ਪਲੱਸ ਸਲਫਰ, ਤੇ ਆਇਆ ਕਿ ਤੁਹਾਡੇ ਪੌਦੇ ਬਿਹਤਰੀਨ ਨਸ਼ੋਨੁਮਾ ਨਹੀਂ ਪਾਉਣਗੇ, ਬਿਹਤਰੀਨ ਪੈਦਾਵਾਰ ਨਹੀਂ ਦੇਣਗੇ। ਤੇ ਕਿਸਾਨ ਵੀਰੋ, ਇਸ ਤਰ੍ਹਾਂ ਤੁਸੀਂ ਜਿਹੜਾ ਵਾ ਧੁੰਦ ਤੋਂ ਫਾਇਦਾ ਉਠਾ ਸਕਦੇ ਜੇ। ਔਰ ਜਿਨ੍ਹਾਂ ਨੇ ਦੂਸਰਾ ਸਮਝਦੇ ਕਿ ਅਸੀਂ ਯੂਰੀਆ ਵੀ ਪਾ ਲਿਆ ਵੈ ਔਰ ਹੁਣ ਅਸੀਂ DAP ਦਾ ਮੁਤਬਾਦਲ ਜਾਂ ਪੋਟਾਸ਼ ਪਾਉਣਾ ਚਾਹ ਰਹੇ ਆ, ਉਹਨਾਂ ਵਾਸਤੇ ਮੇਰਾ ਮਸ਼ਵਰਾ ਇਹ ਹੈ ਕਿ ਤੁਸੀਂ ਦਾਣੇਦਾਰ DAP ਨਹੀਂ ਯੂਜ਼ ਕਰਨਾ। ਇਹ ਵੇਖੋ ਸਾਡੇ ਕਿਸਾਨ ਨੇ ਦਾਣੇਦਾਰ ਨਾਈਟ੍ਰੋਫਾਸ ਯੂਜ਼ ਕੀਤਾ ਵੈ, ਉਹ ਉਂਝ ਜਿਹੜੇ ਉਹਦੇ ਨਿਸ਼ਾਨ ਤੁਸੀਂ ਨਜ਼ਰ ਆ ਰਹੇ ਕੁਛ ਜਿਹੜਾ ਵੈ ਉਂਝ ਇਹ ਪਏ ਹੋਏ ਦਾਣੇ, ਠੀਕ ਹੈ, ਇਹ ਵੇਖੋ, ਠੀਕ ਹੈ ਜੀ। ਤੁਸੀਂ ਜ਼ਮੀਨ ਤੇ ਦੇਖ ਰਹੇ ਜੇ ਕਿ ਉਹ ਜਜ਼ਬ ਨਹੀਂ ਹੋਏ, ਜਿੱਥੇ ਉਹ DAP ਉੱਤੇ ਪਾਈ ਹੈ ਜਜ਼ਬ ਹੋ ਗਏ ਹੈ, ਉੱਥੇ ਜਨਾਬ ਇਹ ਨਿਸ਼ਾਨੀ ਹੈ ਕਿ ਇਸ ਟਾਈਮ ਇਹ ਖੁਰਾਕ ਪੌਦੇ ਦੀ ਬਣ ਚੁੱਕੀ ਹੈ ਔਰ ਪੌਦੇ ਦੀ ਰੂਟਸ ਜਿਹੜੀ ਹੈ ਉਹ ਆ ਕੇ ਇਸ ਖੁਰਾਕ ਨੂੰ ਹਾਸਲ ਕਰ ਰਹੀਆਂ ਵੈ, ਠੀਕ ਹੈ ਜੀ। ਜਿੱਥੇ ਇਹ ਨਹੀਂ ਬਣੇ ਆਪਣਾ ਉਂਝ ਹੀ ਪਿਆ, ਉੱਥੇ ਰੂਟਸ ਲਾਗੇ ਵੀ ਨਹੀਂ ਆਈਆਂ, ਤੇ ਪੌਦਾ ਤਾਂ ਐਡਾ ਸਮਝਦਾਰ ਉਹਨੂੰ ਜਿੱਥੇ ਉਹਦੀ ਖੁਰਾਕ ਪਈ ਉਹਦੀ ਰੂਟਸ ਉੱਥੇ ਚਲੇ ਜਾਂਦੀ ਹੈ। ਜਿਹੜੀ ਫਸਲ ਤੁਸੀਂ ਮੇਰੇ ਸਾਹਮਣੇ ਇਸ ਟਾਈਮ ਦੇਖ ਰਹੇ ਹੋ, ਇਸ ਟਾਈਮ ਸਕਰੀਨ ਆਪਣੀ ਦੇਖ ਰਹੇ ਹੋ, ਇਹੋ ਜੀ ਪੈਦਾਵਾਰੀ ਸਲਾਹੀਅਤ, ਇਹੋ ਜੀ ਫਸਲ ਬਰਾਨੀ ਇਲਾਕਿਆਂ 'ਚ ਹੋ ਸਕਦੀ ਹੈ। ਇਸ ਟਾਈਮ ਚਲੋ ਤੁਸੀਂ ਜੋ ਵੀ ਥੱਲੇ ਪਾਇਆ, ਜੋ ਵੀ ਕੀਤਾ, ਵੈਲ ਐਂਡ ਗੁੱਡ, ਲੇਕਿਨ ਅੱਗੇ ਤੁਸੀਂ ਹੁਣ ਜਿਹੜਾ ਇੰਜ ਕਰੋ ਕਿ ਤੁਸੀਂ ਉਹਦੇ ਵਿੱਚ 5 ਕਿਲੋ MAP, 5 ਕਿਲੋ ਸੋਲੋ ਪੋਟਾਸ਼ ਵਾਟਰ ਸੋਲੇਬਲ ਔਰ 2 ਕਿਲੋ ਮੈਗਨੀਸ਼ੀਅਮ ਔਰ 5 ਕਿਲੋ ਯੂਰੀਆ। ਮੈਂ ਦੁਬਾਰਾ ਰਿਪੀਟ ਕਰਦਾ, ਗੌਰ ਨਾਲ ਸੁਣ ਲਓ, ਕਾਪੀ ਤੇ ਲਿਖ ਲਓ। ਬਰਾਨੀ ਇਲਾਕਿਆਂ ਦੀ ਅੱਛੀ ਪੈਦਾਵਾਰ ਵਾਸਤੇ ਜਿਹੜੀ ਫਸਲ ਤੁਸੀਂ ਆਪਣੀ ਸਕਰੀਨ ਤੇ ਇਸ ਟਾਈਮ ਦੇਖ ਰਹੇ ਜੇ, ਚਾਹੇ ਬਾਰਿਸ਼ ਨਹੀਂ ਹੋ ਰਹੀ ਬਰਾਨੀ ਇਲਾਕਿਆਂ 'ਚ, ਲੇਕਿਨ ਜਿਹੜੀ ਰਾਤ ਨੂੰ ਧੁੰਦ ਪੈਂਦੀ ਹੈ, ਉਹ ਤਰੇਲ ਪੈਂਦੀ ਹੈ, ਸ਼ਬਨਮ ਦੇ ਕਤਰੇ ਸਾਰੀ ਰਾਤ ਥੱਲੇ ਡਿੱਗਦੇ ਹੈ। ਅੱਛੀ ਪੈਦਾਵਾਰ ਲੈਣ ਵਾਸਤੇ ਤੁਸੀਂ ਪਹਿਲਾ ਪਾਣੀ ਹੈ, ਦੂਜਾ ਪਾਣੀ ਹੈ, ਜਾਂ ਬਰਾਨੀ ਜ਼ਮੀਨ ਉਂਝ ਹੀ ਪਈ ਹੈ ਔਰ ਤੁਸੀਂ ਸਮਝਦੇ ਜੇ ਕਿ ਅੱਜ ਇਹਦੀ ਜਿਹੜਾ ਕੱਦ ਹੋ ਗਿਆ ਵੈ ਉਹ 9 ਇੰਚ ਹੋ ਗਿਆ, 1 ਫੁੱਟ ਹੋ ਗਿਆ ਵੈ, ਤੇ 5 ਕਿਲੋ MAP ਮੋਨੋ ਅਮੋਨੀਅਮ ਫਾਸਫੇਟ ਔਰ 5 ਕਿਲੋ ਸੋਲੋ ਪੋਟਾਸ਼ ਵਾਟਰ ਸੋਲੇਬਲ ਔਰ 3 ਕਿਲੋ ਜਿਹੜਾ ਵੈ ਮੈਗਨੀਸ਼ੀਅਮ, 2 ਤੋਂ 3 ਕਿਲੋ ਮੈਗਨੀਸ਼ੀਅਮ ਔਰ 5 ਕਿਲੋ ਅਮੋਨੀਅਮ ਸਲਫੇਟ ਔਰ 5 ਕਿਲੋ ਯੂਰੀਆ। ਇਹ ਸਾਰੀਆਂ ਚੀਜ਼ਾਂ ਤੁਸੀਂ ਇੱਕ ਥਾਂ ਤੇ ਮਿਕਸ ਕਰਕੇ 4-4:30 ਵਜੇ ਦੇ ਦਰਮਿਆਨ ਆਪਣੇ ਖੇਤ, ਤੁਸੀਂ ਸਮਝਦੇ ਕਿ ਸ਼ਬਨਮ ਪੈਣੀ ਸ਼ੁਰੂ ਹੋ ਗਈ ਹੈ, ਫੋਗ ਦੁਬਾਰਾ ਡਿੱਗਣੀ ਸ਼ੁਰੂ ਹੋ ਗਈ ਹੈ, ਤੇ 4-4:30 ਵਜੇ ਦਰਮਿਆਨ ਆਪਣੀ ਜ਼ਮੀਨ ਤੇ ਜਾ ਕੇ ਇਹਦਾ ਛਟਾ ਕਰੋ ਔਰ ਇਨਸ਼ਾਅੱਲਾ ਠੀਕ 5 ਦਿਨਾਂ ਬਾਅਦ ਜਾਂ ਮੈਕਸਿਮਮ 10 ਦਿਨਾਂ ਬਾਅਦ ਇਹੋ ਹੀ ਅਮਲ ਦੁਬਾਰਾ ਦੁਹਰਾਵੋ, ਠੀਕ ਹੈ। ਜਿਹੜਾ 25 kg ਦਾ ਇੱਕ ਬੈਗ ਹੈ ਤੁਸੀਂ 5 ਦਫਾ ਯੂਜ਼ ਕਰ ਸਕਦੇ ਜੇ ਔਰ ਦਾ ਐਂਡ ਤੱਕ ਯੂਜ਼ ਕਰ ਸਕਦੇ ਜੇ। ਤੁਹਾਡੀ ਅਗਰ ਬਾਰਿਸ਼ ਹੋਵੇ ਵੈਲ ਐਂਡ ਗੁੱਡ, ਨਾ ਹੋਵੇ ਤਾਂ ਜਿਹੜੀ ਰਾਤ ਨੂੰ ਸ਼ਬਨਮ ਪੈਂਦੀ ਹੈ, ਤਰੇਲ ਪੈਂਦੀ ਹੈ, ਉਹ ਸਾਰੀ ਰਾਤ ਪਾਣੀ ਟਪਕਦਾ ਰਹਿੰਦਾ ਵੈ ਔਰ ਉਹ ਪੱਤਿਆਂ ਤੋਂ ਟਪਕਦਾ ਹੋਇਆ ਤਣੇ ਤੇ ਜਾਂਦਾ ਵੈ, ਤਣੇ ਤੋਂ ਟਪਕਦਾ ਹੋਇਆ ਉਹ ਜਨਾਬ ਸਾਡੇ ਤਣਿਆਂ ਦੇ ਹੁੰਦਾ ਹੋਇਆ ਉਹ ਰੂਟਸ ਤੱਕ ਜਾਂਦਾ ਵੈ, ਜੜ ਤੱਕ ਜਾਂਦਾ ਵੈ ਔਰ ਸਾਡੀਆਂ ਜਿਹੜੀਆਂ ਜੜ੍ਹਾਂ ਹੈਗੀਆਂ ਉਹ ਐਟੋਮੈਟਿਕਲੀ ਜਿਹੜੀਆਂ ਵੈ ਉਹ ਪਹਿਲੇ ਹੀ ਜ਼ਮੀਨੋਂ ਬਾਹਰ ਆਈਆਂ ਹੁੰਦੀਆਂ ਵੈ ਸਿਰਫ ਖੁਰਾਕ ਲੈਣ ਵਾਸਤੇ। ਇਸ ਕਰਕੇ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਕਹਾਂਗਾ ਕਿ ਉਹ ਬਰਾਨੀ ਇਲਾਕਿਆਂ ਦੇ ਵਿੱਚ ਮੇਰਾ ਇਹ ਤਜਰਬਾ ਲਾਜ਼ਮੀ ਅਡੋਪਟ ਕਰਨ
और ਫੋਲੀਅਰ ਸਪਰੇ ਜਿਹੜਾ ਵਾ ਉਹ ਕਮ ਸੇ ਕਮ ਹਰ 5 ਦਿਨ ਬਾਅਦ ਲਾਜ਼ਮੀ ਕਰਨਾ। ਜਿਹੜਾ ਤੁਸੀਂ 25 kg ਦਾ ਬੈਗ ਕਿਸੇ ਵੀ ਅੱਛੀ ਕੰਪਨੀ ਦਾ ਸਵਾਦ ਐਗਰੋ ਦਾ, ਕਾਲੀ ਫਰਟੀਲਾਈਜ਼ਰ K+S ਦਾ, ਮੈਂ ਤੇ ਆਪਣੀ ਜਿਹੜੀ ਫਸਲ ਨੂੰ ਹੈ ਪਹਿਲੇ ਮੈਂ ਸਵਾਦ ਐਗਰੋ ਯੂਜ਼ ਕਰ ਰਿਹਾ ਸੀਗਾ। ਅੱਛਾ ਪ੍ਰੋਡਕਟ ਹੈ, ਬਹੁਤ ਅੱਛਾ ਪ੍ਰੋਡਕਟ ਹੈ, ਲੇਕਿਨ ਕਾਫੀ ਮਹਿੰਗਾ। ਲੇਕਿਨ ਹੁਣ ਮੈਂ ਜਿਹੜਾ ਵਾ ਉਹ K+S ਦਾ ਪ੍ਰੋਡਕਟ A to Z ਯੂਜ਼ ਕਰ ਰਿਹਾ ਮੈਂ। ਸਾਡੇ ਕੋਲ ਉਹਦੀ ਅਲਹਮਦੁਲਿਲਾ ਪੂਰੇ ਪਾਕਿਸਤਾਨ ਦੀ ਡੀਲਰਸ਼ਿਪ ਵੀ ਆ ਚੁੱਕੀ ਹੈ ਔਰ ਅਲਹਮਦੁਲਿਲਾ ਅਸੀਂ ਆਪਣੇ ਕਿਸਾਨਾਂ ਨੂੰ ਇੱਕ ਦੋ ਦੋ ਬੈਗ ਪਹੁੰਚਾ ਰਹੇ ਹਾਂ। ਇਹ ਨਹੀਂ ਕਿ ਕਿਸੇ ਨੇ ਅਗਰ ਇੱਕ ਮੰਗਿਆ ਤਾਂ ਅਸੀਂ ਨਹੀਂ ਪਹੁੰਚਾ ਰਹੇ, ਅਸੀਂ ਉਹਨੂੰ ਬਿਲਟੀ ਕਰ ਰਹੇ ਹਾਂ। ਇਸ ਕਰਕੇ ਕਰ ਰਹੇ ਹਾਂ ਕਿ ਸਾਡਾ ਕਿਸਾਨ ਜਿਹੜਾ ਵਾ ਉਹ ਖੁਸ਼ਹਾਲ ਹੋਵੇ, ਉਹਨੂੰ ਮੁਨਾਸਬ ਰੇਟ 'ਤੇ ਸਾਡਾ MAP, SOP, ਮੈਗਨੀਸ਼ੀਅਮ, ਅਮੋਨੀਅਮ ਸਲਫੇਟ, ਹੋਮਿਕ ਐਸਿਡ ਸਾਰੀਆਂ ਚੀਜ਼ਾਂ ਅਵੇਲ ਹੋਣ ਔਰ ਸਵਾਦ ਐਗਰੋ ਦੇ ਮੱਦੇ ਮੁਕਾਬਲ ਪ੍ਰੋਡਕਟ ਉਹਨੂੰ ਮੁਨਾਸਬ ਰੇਟ 'ਚ ਮਿਲੇ। ਅੱਛਾ, ਜਿੱਥੇ ਮੈਂ ਫੋਲੀਅਰ ਦੀ ਗੱਲ ਕਰਦਾ, ਮੈਂ ਤੁਸੀਂ ਹਰ 5 ਦਿਨ ਬਾਅਦ ਜਾਂ ਹਰ 10 ਦਿਨ ਬਾਅਦ 500 ਗ੍ਰਾਮ SOP, 500 ਗ੍ਰਾਮ MAP ਔਰ 500 ਗ੍ਰਾਮ ਮੈਗਨੀਸ਼ੀਅਮ, ਇਹ ਤਿੰਨਾਂ ਦਾ ਮੁਰੱਕਬ ਜਿਹੜਾ ਵਾ ਇਹਨੂੰ ਪਾਣੀ 'ਚ ਹੱਲ ਕਰਕੇ 100 ਲੀਟਰ ਪਾਣੀ ਦੇ ਵਿੱਚ ਇਹ 500 ਗ੍ਰਾਮ ਤਿੰਨੇ ਆਈਟਮਾਂ ਜਿਹੜੀਆਂ ਮੈਂ ਉਹ ਫੀ ਏਕੜ 100 ਲੀਟਰ ਦੇ ਨਾਲ ਸਪਰੇਅ ਕਰ ਸਕਦੇ ਜੀ। ਅਕਸਰ ਲੋਕਾਂ ਦੀਆਂ 3 ਟੈਂਕੀਆਂ ਲੱਗਦੀਆਂ ਮੈਂ, ਕਈਆਂ ਲੋਕਾਂ ਦੀਆਂ ਜਿਹੜੀਆਂ ਮੈਂ ਉਹ ਟੈਂਕੀਆਂ ਜਿਹੜੀਆਂ ਮੈਂ ਫੀ ਏਕੜ ਦੀਆਂ ਉਹ 4 ਲੱਗਦੀਆਂ ਵਾ, ਕਿਤੇ ਕਿਤੇ 5 ਵੀ ਲੱਗਦੀਆਂ ਵਾ। ਅਮੂਮਨ ਜਿਹੜੀ ਟੈਂਕੀ ਸਪਰੇਅ ਵਾਲੀ ਉਹ 18 ਜਾਂ 20 ਲੀਟਰ ਦੀ ਹੁੰਦੀ ਹੈ। ਅਤੇ ਆਪਣੇ ਹਿਸਾਬ ਨਾਲ ਤੁਸੀਂ ਕਰਨਾ ਵਾ ਕਿ 500 ਗ੍ਰਾਮ MAP, 500 ਗ੍ਰਾਮ SOP ਔਰ 500 ਗ੍ਰਾਮ ਮੈਗਨੀਸ਼ੀਅਮ ਹਰ 5 ਦਿਨ ਬਾਅਦ ਤੁਸੀਂ ਸਪਰੇਅ ਕਰੋ। ਪਲੱਸ ਜਿਹੜਾ ਵੈ ਹਰ 10 ਦਿਨ ਬਾਅਦ ਤੁਸੀਂ ਛੱਟਾ ਕਰੋ। ਇੱਕ ਬੈਗ ਪੂਰੀ ਲਾਈਫ ਦੇ ਵਿੱਚ ਬਰਾਨੀ ਇਲਾਕੇ ਵਾਸਤੇ ਇੱਕ ਬੈਗ ਉਹਦੀਆਂ ਸਪਰੇਵਾਂ ਵੀ ਹੋ ਜਾਣਗੀਆਂ ਅਤੇ ਪਲੱਸ ਜਿਹੜਾ ਵੈ ਉਹ ਛੱਟਾ ਵੀ ਕਰ ਲੇਗਾ। ਇੱਕ ਇੱਕ ਬੈਗ 1 ਕਿੱਲੇ ਵਾਸਤੇ ਕਾਫੀ ਹੈ ਔਰ ਐਡਾ ਵੱਡਾ ਫਾਰਮੂਲਾ ਮਹਿੰਗਾ ਨਹੀਂ ਹੈਗਾ। ਜਿਹੜੀ ਯੂਰੀਆ ਫਾਸਫੇਟ ਹੈ 12,500 ਦੀ ਹੈ। MAP ਜਿਹੜਾ ਵੈ ਉਹ 10,000 ਰੁਪਏ ਦਾ ਵੈ। ਅਮੋਨੀਅਮ ਸਲਫੇਟ ਜਿਹੜਾ ਵੈ ਉਹ 3800 ਰੁਪਏ ਦਾ ਵੈ। ਮੈਗਨੀਸ਼ੀਅਮ ਜਿਹੜਾ ਵੈ ਉਹ 4500 ਰੁਪਏ ਦਾ ਵੈ। ਸੋਲੋ SOP ਜਿਹੜੀ ਹੈ ਉਹ 8,000 ਰੁਪਏ ਦੀ ਹੈ। ਅਕਸਰ ਜ਼ਿਮੀਂਦਾਰ ਜਿਹੜੇ ਆ ਉਹ ਬੇਤੁਕਾ ਖਰਚਾ ਕਰਦੇ ਆ। DAP ਪਾ ਦਿਓ, ਯੂਰੀਆ ਦੇ 3 ਗੱਟੂ ਪਾ ਦਿਓ, ਹੋਰ ਵੀ ਚੀਜ਼ਾਂ ਪਾਉਂਦੇ ਆ, ਅਮਾਈਨੋ ਐਸਿਡ ਵੀ ਪਾਉਂਦੇ ਆ। ਲੇਕਿਨ ਜਿਸ ਤਰੀਕੇ ਨਾਲ ਮੈਂ ਜ਼ਿਮੀਂਦਾਰ ਨੂੰ ਕਹਿ ਰਿਹਾ ਮੈਂ, ਇਸ ਤਰ੍ਹਾਂ ਉਹਦਾ ਫੀ ਏਕੜ ਅਗਰ ਫਰਟੀਲਾਈਜ਼ਰ 'ਤੇ 33,000 ਤੋਂ ਉੱਤੇ ਖਰਚਾ ਨਹੀਂ ਆਏਗਾ ਪੂਰੀ ਉਹਦੀ ਲਾਈਫ ਦੇ ਵਿੱਚ। ਫੀ ਏਕੜ ਸ਼ੁਰੂ ਦਿਨ ਤੋਂ ਲੈ ਕੇ ਦਾ ਐਂਡ ਦਿਨ ਤੱਕ 30 ਤੋਂ 33,000 ਤੋਂ ਉੱਤੇ ਖਰਚਾ ਨਹੀਂ ਆ ਸਕਦਾ। ਜਿਸ ਤਰ੍ਹਾਂ ਅਸੀਂ ਅਕਾਮੋਡੇਟ ਕਰ ਰਹੇ ਹਾਂ ਫਾਰਮਰ ਨੂੰ ਕਿ ਯਾਰ ਇਸ ਤਰ੍ਹਾਂ ਗੰਦਮ ਦੀ ਫੀ ਏਕੜ ਪੈਦਾਵਾਰ ਵੀ ਜ਼ਿਆਦਾ ਲੈ ਲਓ, ਦਾਣਾ ਮੋਟਾ ਕਰ ਲਓ, ਸ਼ਗੂਫੇ ਵੀ ਜ਼ਿਆਦਾ ਵਧਾ ਲਓ ਔਰ ਖਰਚਾ ਵੀ ਘੱਟ ਕਰਾਓ। ਅਤੇ ਅੱਜ ਦੀ ਵੀਡੀਓ ਸਿਰਫ ਬਰਾਨੀ ਇਲਾਕਿਆਂ ਵਾਸਤੇ ਸੀਗੀ ਔਰ ਇਹ ਤਰੀਕਾ ਤੁਸੀਂ ਨਹਿਰੀ ਇਲਾਕੇ ਵਾਸਤੇ ਵੀ ਕਰ ਸਕਦੇ, ਕਿਉਂਕਿ ਪੰਜਾਬ ਦੀਆਂ ਨਹਿਰਾਂ ਸੁੱਕ ਚੁੱਕੀਆਂ ਵੈ ਔਰ ਭਾਲ ਸਫਾਈ ਪਿਛਲੇ 10 ਸਾਲਾਂ 'ਚ ਤਾਂ ਹੋਈ ਨਹੀਂ। ਅਤੇ ਫਸਟ ਟਾਈਮ ਸਾਡੀ ਨਿਗਰਾਨ ਗੌਰਮੈਂਟ ਜਿਹੜੀ ਹੈ, ਚਲੋ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਆਪਣੀ ਨਿਗਰਾਨ ਸੈਟਅਪ ਦਾ ਕਿ ਚਲੋ ਉਹਨਾਂ ਨੂੰ ਖਿਆਲ ਆਇਆ ਕਿ ਭਾਲ ਸਫਾਈ ਦਾ। ਅਤੇ ਪਿਛਲੀ 1 ਤੋਂ 1.5 ਦਹਾਈ ਤੋਂ ਜਿਹੜਾ ਵੈ ਉਹ ਭਾਲ ਸਫਾਈ ਨਹੀਂ ਸੀ ਹੋ ਰਹੀ। ਇਸ ਟਾਈਮ ਭਾਲ ਸਫਾਈ ਦਾ ਆਗਾਜ਼ ਸ਼ੁਰੂ ਹੋ ਚੁੱਕਿਆ ਵੈ ਅਤੇ ਇਨਸ਼ਾਅੱਲਾ ਬਹੁਤ ਜਲਦ ਹੋ ਜਾਏਗਾ। ਸਾਡੀਆਂ ਨਹਿਰਾਂ ਜਿਹੜੀਆਂ ਜਨਵਰੀ ਦੀ 25-26 ਤਰੀਕ ਨੂੰ ਆ ਜਾਣਗੀਆਂ, ਕਿਸੇ ਦਾ ਫਰਵਰੀ ਦੀ 5 ਤਰੀਕ ਨੂੰ ਪਾਣੀ ਲੱਗੇਗਾ, ਕਿਸੇ ਦੀ ਵਾਰੀ ਪਾਣੀ ਦੀ ਜਿਹੜੀ ਆ ਉਹ 10 ਤਰੀਕ ਨੂੰ ਫਰਵਰੀ ਨੂੰ ਆਏਗੀ। ਲਿਹਾਜ਼ਾ ਤੁਸੀਂ ਵੀ ਇਹ ਤਰੀਕਾ ਅਡੋਪਟ ਕਰ ਸਕਦੇ ਜੇ ਕਿ ਤੁਸੀਂ ਸਮਝਦੇ ਜੇ ਕਿ ਯਾਰ ਸਾਡੀ ਜ਼ਮੀਨ ਨੂੰ ਪਾਣੀ ਨਹੀਂ ਲੱਗਾ ਔਰ ਸਾਡੀ ਕੋਰ ਪਈ ਹੈ, ਅਤੇ ਜਿਹੜਾ ਬਰਾਨੀ ਇਲਾਕਿਆਂ ਦਾ ਤਰੀਕਾ ਹੈ ਉਹ ਨਹਿਰੀ ਇਲਾਕਿਆਂ ਵਾਸਤੇ ਤਾਂ ਜ਼ਿਆਦਾ ਬੈਨੀਫਿਟ ਹੈ ਫਿਰ। ਅਤੇ ਮਜ਼ੀਦ ਮਾਲੂਮਾਤ ਵਾਸਤੇ ਅੱਜ ਦੋਸਤਾਂ ਨੇ ਕਿਹਾ ਸੀਗਾ ਜੀ ਤੁਸੀਂ ਜੀ ਇੱਕ ਗਰੁੱਪ ਬਣਾਓ WhatsApp 'ਤੇ। ਕੁਛ ਦੋਸਤ ਜਿਹੜੇ ਆ ਉਹ ਕਮੈਂਟ ਨਹੀਂ ਕਰ ਸਕਦੇ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ WhatsApp ਦੀ YouTube ਦੀ ਵੀਡੀਓ ਦੇਖ ਕੇ ਕਮੈਂਟ ਬਾਕਸ ਤੋਂ ਜਾ ਕੇ ਕਿੱਦਾਂ ਕਮੈਂਟ ਕਰਨਾ ਵਾ। ਅਤੇ ਤੁਸੀਂ ਇੱਕ ਗਰੁੱਪ ਬਣਾਓ। ਅਗਰ ਕਿਸਾਨ ਦੋਸਤ ਕਹਿੰਦੇ ਆ ਕਿ ਸਾਡਾ ਇੱਕ ਗਰੁੱਪ ਬਣਨਾ ਚਾਹੀਦਾ ਵੈ ਅਤੇ ਮੈਂ ਹਾਜ਼ਰ ਹਾਂ। ਇੱਕ ਗਰੁੱਪ ਕੋਈ ਵੀ ਸਾਡਾ ਕਿਸਾਨ ਬਣਾ ਲੇ ਜਾਂ ਮੈਂ ਬਣਾ ਲੈਂਦਾ ਮੈਂ, ਉਸ ਗਰੁੱਪ ਦੀ ਐਕਸੈਸ ਸਾਰੇ ਕੋ ਹੋਵੋ, ਹਰ ਬੰਦਾ ਜਿਹੜਾ ਵੈ ਉਹ ਆਪਣੀ ਗੁਫ਼ਤਗੂ ਕਰ ਸਕੇ, ਆਪਣੀ ਕ੍ਰੌਪ ਦੇ ਬਾਰੇ ਡਿਸਕਸ ਕਰ ਸਕੇ। ਮੇਰਾ ਏਮ ਜਾਂ ਇੱਕ ਜਿਹੜਾ ਵੈ ਹੁੱਬੇ ਵਤਨ ਪਾਕਿਸਤਾਨੀ ਹੈ ਉਹਦੀ ਵੀ ਜਿਹੜਾ ਮਕਸਦ ਹੋਏਗਾ ਇਹ ਹੋਏਗਾ ਕਿ ਮੇਰਾ ਕਿਸਾਨ ਖੁਸ਼ਹਾਲ ਹੋਵੇ। ਜਿਹੜਾ ਸਾਨੂੰ ਸੀਡ ਮਾਫੀਆ ਜਾਂ ਸਾਡਾ ਜਿਹੜਾ ਫਰਟੀਲਾਈਜ਼ਰ ਮਾਫੀਆ ਹੈਗਾ ਵੈ 2 ਨੰਬਰ ਖਾਦਾਂ ਵੇਚ ਰਿਹਾ ਵੈ ਜਾਂ ਮਹਿੰਗੀ ਖਾਦ ਵੇਚ ਰਿਹਾ ਵੈ, ਅਸੀਂ ਉਹਨਾਂ ਤੋਂ ਹਟ ਕੇ 1 ਨੰਬਰ ਖਾਦਾਂ ਔਰ ਦੁਨੀਆ ਅੱਜ ਕੱਲ੍ਹ ਜਿਹੜੀ ਹੈ ਉਹ ਪਹੁੰਚ ਗਈ ਹੈ ਐਡਵਾਂਸ ਫਰਟੀਲਾਈਜ਼ਰ 'ਤੇ। ਅਤੇ ਅਸੀਂ ਅੱਜ ਵੀ ਯੂਰੀਆ ਅਤੇ DAP 'ਤੇ ਹੈਗੇ ਹਾਂ। ਵੀਡੀਓ ਕਾਫੀ ਲੰਬੀ ਹੋ ਗਈ ਹੈ ਅਤੇ ਮੇਰਾ ਖਿਆਲ ਹੈ ਕਿ ਹੁਣ ਜਾਨ ਛੱਡ ਦੇਣੀ ਚਾਹੀਦੀ ਮੈਨੂੰ ਵੀ ਵੀਡੀਓ ਦੀ। ਅਤੇ ਅਗਲੀ ਵੀਡੀਓ ਜਨਾਬ ਇਨਸ਼ਾਅੱਲਾ
ਤੁਹਾਨੂੰ ਮਜ਼ੀਦ ਇਹਦੀ ਮਾਲੂਮਾਤ ਦੇਵਾਂਗੇ ਬਰਾਨੀ ਇਲਾਕਿਆਂ ਦੀ ਔਰ ਨਹਿਰੀ ਇਲਾਕਿਆਂ ਦੀ ਬੰਦਸ਼ ਜਿਹੜੀ ਨਹਿਰਾਂ ਦੀ ਹੋਈ ਹੈ ਉਹਨਾਂ ਦੇ ਅਸੀਂ ਕਿੱਦਾਂ ਅਡੋਪਟ ਕਰ ਸਕਦੇ ਹਾਂ ਖਾਦਾਂ ਜਿਹੜੀਆਂ ਵਾ। ਬਹੁਤ ਸ਼ੁਕਰੀਆ। ਅੱਲਾ ਕਰੀਮ ਤੁਹਾਨੂੰ ਸਾਰਿਆਂ ਨੂੰ ਆਪਣੀ ਹਿਫਜ਼ੋ ਇਮਾਨ 'ਚ ਰੱਖੇ ਔਰ ਤੁਹਾਡੀ ਗੰਦਮ ਦੀ ਅੱਛੀ ਪੈਦਾਵਾਰ ਹੋਵੇ ਔਰ ਤੁਹਾਡੇ ਖੇਤ ਜਿਹੜੇ ਆ ਉਹ ਸਲਾਮਤ ਰਹਿਣ। ਬਹੁਤ ਸ਼ੁਕਰੀਆ। ਪਾਕਿਸਤਾਨ ਜ਼ਿੰਦਾਬਾਦ।